Good morning, dear students, and welcome to the English class. So, as you all know, we are doing chapter number 5 from your Footprints Without Feet, and name of the chapter is also Footprints Without Feet, written by H.G. Wells. So, in our previous lecture, we have read some part of this chapter. Today we will read the rest of the chapter. So, in our previous lecture, we have seen that footprints are of a scientist. Footprints जो हैगे ने इत्थे ਉਹ ਇੱਕ ਸਾਇੰਟਿਸਟ ਦੇ ਨੇ ਜਿਹਦਾ ਨਾਮ ਹੈਗਾ ਆ ਗ੍ਰਿਫਿਨ ਤੇ ਉਹ ਹੁਣ ਕਿੱਦਾਂ ਇਨਵਿਜ਼ੀਬਲ ਹੋਇਆ ਤੇ ਕੀ ਉਹਨੇ ਕ੍ਰਾਈਮ ਕੀਤੇ ਆ ਤੇ ਹੁਣ ਉਹ ਲੰਡਨ ਦੇ ਵਿੱਚ ਕ੍ਰਾਈਮ ਕਰਨ ਤੋਂ ਬਾਅਦ ਇੱਕ ਵਿਲੇਜ ਦੇ ਵਿੱਚ ਆਈਪਿੰਗ ਨਾਮ ਦੇ ਵਿਲੇਜ ਦੇ ਵਿੱਚ ਆ ਚੁੱਕਾ ਆ ਤੇ ਉੱਥੇ ਉਹਨੇ ਇੱਕ ਇਨ ਦੇ ਵਿੱਚ 2 ਰੂਮਸ ਬੁੱਕ ਕੀਤੇ ਆ ਤੇ ਉਹਦੀ ਅਪੀਅਰੈਂਸ ਬਹੁਤ ਹੀ ਅਜੀਬ ਹੈ ਗ੍ਰਿਫਿਨ ਦੀ ਕਿਉਂਕਿ ਉਹਨੇ ਆਪਣੇ ਫੇਸ ਦੇ ਉੱਤੇ ਕੀ ਕੀਤਾ ਹੋਇਆ ਬੈਂਡੇਜਸ ਲਪੇਟੀਆਂ ਹੋਈਆਂ ਨੇ ਸੋ ਹੁਣ ਜਦੋਂ ਇਨ ਦੇ ਵਿੱਚ ਆਇਆ ਆ ਇਨ ਦੇ ਜਿਹੜੇ ਮਾਲਿਕ ਦੀ ਵਾਈਫ ਹੈ ਮਿਸਿਸ ਹਾਲ ਉਹਨੇ ਬੜੀ ਕੋਸ਼ਿਸ਼ ਕੀਤੀ ਕਿ ਉਹ ਗ੍ਰਿਫਿਨ ਦੇ ਨਾਲ ਗੱਲਬਾਤ ਕਰ ਸਕੇ ਬਟ ਗ੍ਰਿਫਿਨ ਨੇ ਬੜੇ ਹੀ ਗੁੱਸੇ ਦੇ ਨਾਲ ਉਹਦੇ ਨਾਲ ਗੱਲ ਕਰਨ ਤੋਂ ਮਨਾ ਕਰ ਦਿੱਤਾ ਸੋ ਅੱਜ ਅਸੀਂ ਇਸ ਚੈਪਟਰ ਨੂੰ ਅੱਗੇ ਰੀਡ ਕਰਾਂਗੇ Satisfied that her guest was an eccentric scientist, and in view of the fact that he had paid her in advance, Mrs. Hall was prepared to excuse his strange habits and irritable temper. Now, ਜਿਹੜਾ ਗ੍ਰਿਫਿਨ ਬਹੁਤ ਹੀ ਅਜੀਬ ਸੀਗਾ ਤੇ ਉਹਨੇ ਮਿਸਿਸ ਹਾਲ ਦੇ ਨਾਲ ਵੀ ਬੜੀ ਹੀ ਰੂਡਲੀ ਗੱਲ ਕੀਤੀ ਤੇ ਉਹਨੇ ਦੱਸਿਆ ਕਿ ਇਨ ਦੇ ਵਿੱਚ ਆਉਣ ਦਾ ਮੇਰਾ ਮਕਸਦ ਜਿਹੜਾ ਆ ਸੋਲੀਟਿਊਡ ਆ ਮੈਂ ਇਕੱਲਾ ਰਹਿਣਾ ਚਾਹੁੰਦਾ ਆ ਮੇਰੇ ਫੇਸ ਦਾ ਐਕਸੀਡੈਂਟ ਹੋ ਗਿਆ ਆ ਕਿਉਂਕਿ ਉਹਨੂੰ ਦੇਖ ਕੇ ਸਾਰੇ ਬੜੇ ਹੀ ਅਜੀਬ ਜੀਆਂ ਐਕਸਪ੍ਰੈਸ਼ਨਸ ਦੇ ਰਹੇ ਸੀ ਗੱਲਾਂ ਕਰ ਰਹੇ ਸੀ ਕਿ ਉਹਨੇ ਆਪਣੇ ਫੇਸ ਦੇ ਉੱਤੇ ਬੈਂਡੇਜਸ ਕਿਉਂ ਲਗਾਈਆਂ ਹੋਈਆਂ ਨੇ ਸੋ ਮਿਸਿਸ ਹਾਲ ਜਿਹੜੀ ਆ ਉਹਨੇ ਇਹ ਗੱਲ ਮੰਨ ਲਈ ਕਿ ਇਹ ਜਿਹੜਾ ਸਾਇੰਟਿਸਟ ਆ ਬੜਾ ਹੀ ਐਸੈਂਟਰਿਕ ਹੁੰਦਾ ਸਟ੍ਰੇਂਜ ਅਜੀਬ ਉਹ ਕਹਿੰਦੀ ਕਿ ਇਹ ਸਾਇੰਟਿਸਟ ਬੜਾ ਹੀ ਅਜੀਬ ਹੈ ਤੇ ਗ੍ਰਿਫਿਨ ਨੇ ਉਹਨੂੰ ਪਹਿਲਾਂ ਹੀ ਐਡਵਾਂਸ ਦੇ ਵਿੱਚ ਰੈਂਟ ਜਿਹੜਾ ਇਨ ਦਾ ਪੇ ਕਰ ਦਿੱਤਾ ਸੀ ਮਿਸਿਸ ਹਾਲ ਨੂੰ ਹੁਣ ਉਹ ਜਿਹੜੇ ਪੈਸੇ ਸੀ ਗ੍ਰਿਫਿਨ ਕਿੱਥੋਂ ਲੈ ਕੇ ਆਇਆ ਸੀਗਾ ਜਿਹੜੇ ਕਿ ਉਹਨੇ ਚੋਰੀ ਕੀਤੇ ਸੀ ਸ਼ਾਪ ਤੋਂ ਸ਼ਾਪਕੀਪਰ ਨੂੰ ਅਟੈਕ ਕਰਕੇ ਜਿੱਥੋਂ ਉਹਨੇ ਕੱਪੜੇ ਤੇ ਪ੍ਰੋਪਸ ਵਗੈਰਾ ਜਿਹੜੇ ਲਗਾਏ ਸੀਗੇ ਆਪਣੇ ਫੇਸ ਦੇ ਉੱਤੇ ਉੱਥੋਂ ਹੀ ਉਹਨੇ ਸ਼ਾਪਕੀਪਰ ਤੋਂ ਪੈਸੇ ਜਿਹੜੇ ਸੀ ਉਹ ਲੁੱਟ ਲਏ ਸੀ ਜਿੰਨੇ ਵੀ ਸ਼ਾਪਕੀਪਰ ਕੋਲ ਪੈਸੇ ਸੀ ਤੇ ਹੁਣ ਉਹਨਾਂ ਪੈਸਿਆਂ ਦੇ ਵਿੱਚੋਂ ਹੀ ਗ੍ਰਿਫਿਨ ਨੇ ਮਿਸਿਸ ਹਾਲ ਨੂੰ ਇਨ ਦਾ ਜਿਹੜਾ ਰੈਂਟ ਦੇ ਦਿੱਤਾ ਇਸ ਕਰਕੇ ਮਿਸ ਜਿਹੜੀ ਆ ਉਹਨੂੰ ਕਿਰਾਇਆ ਵੀ ਮਿਲ ਗਿਆ ਤੇ ਉਹਦੇ ਅਜੀਬ ਜਿਹੇ ਜਿਹੜੇ ਬਿਹੇਵੀਅਰ ਨੂੰ ਸੀ ਮਿਸਿਸ ਹਾਲ ਨੇ ਇਗਨੋਰ ਕੀਤਾ But the stolen money did not last long, and presently Griffin had to admit that he had no more ready cash. ਹੁਣ ਕਹਿੰਦੇ ਕਿ ਚੋਰੀ ਦੀ ਜਿਹੜੇ ਪੈਸੇ ਹੁੰਦੇ ਆ ਉਹ ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕਦੇ ਜਿੰਨੇ ਵੀ ਪੈਸੇ ਸੀ ਗ੍ਰਿਫਿਨ ਕੋਲ ਚੋਰੀ ਦੇ ਹੁਣ ਉਹ ਖਤਮ ਹੋ ਚੁੱਕੇ ਸੀ ਤੇ ਗ੍ਰਿਫਿਨ ਨੂੰ ਹੁਣ ਕਹਿਣਾ ਪਿਆ ਇਹਦੇ ਵਿੱਚ ਕਿ ਮੇਰੇ ਕੋਲ ਕੈਸ਼ ਨਹੀਂ ਹੈਗਾ He pretended, however, that he was expecting a check to arrive at any moment. ਗ੍ਰਿਫਿਨ ਨੇ ਕਿਹਾ ਕਿ ਮੇਰੇ ਕੋਲ ਕੈਸ਼ ਨਹੀਂ ਹੈ ਦੇਣ ਵਾਸਤੇ ਬਟ ਕਹਿੰਦਾ ਕਿ ਮੈਨੂੰ ਇੱਕ ਚੈੱਕ ਦੇ ਮਿਲਣ ਦੀ ਉਮੀਦ ਆ ਤੇ ਉਹ ਚੈੱਕ ਮੈਨੂੰ ਕਿਸੇ ਵੀ ਵਕਤ ਮਿਲ ਜਾਏਗਾ ਹੁਣ ਪ੍ਰੀਟੈਂਡਡ ਹੁੰਦਾ ਆ ਨਾਟਕ ਕਰਨਾ ਹੁਣ ਉਹ ਨਾਟਕ ਕਰ ਰਿਹਾ ਹੈ ਕਿਉਂਕਿ ਉਹਨੂੰ ਕੋਈ ਵੀ ਚੈੱਕ ਨਹੀਂ ਆਉਣ ਵਾਲਾ ਉਹ ਬਹਾਨਾ ਮਾਰ ਰਿਹਾ ਕਿ ਮੇਰੇ ਕੋਲ ਕੈਸ਼ ਨਹੀਂ ਹੈਗਾ ਬਟ ਮੈਨੂੰ ਕਿਤੇ ਚੈੱਕ ਆਉਣਾ ਆ ਤੇ ਜਦੋਂ ਮੇਰੇ ਕੋਲ ਚੈੱਕ ਆਏਗਾ ਮੈਂ ਪੇ ਕਰ ਦਾਂਗਾ ਰੈਂਟ Shortly afterwards, a curious episode occurred. ਇਸ ਤੋਂ ਬਾਅਦ ਕੀ ਹੋਇਆ ਬੜਾ ਹੀ ਅਜੀਬ ਜਿਹਾ ਇੱਕ ਐਪੀਸੋਡ ਜਿਹੜਾ ਹੋਇਆ Very early in the morning, a clergyman and his wife were awakened by noises in the study. Clergyman ਕੀ ਹੁੰਦਾ ਆ ਪਾਦਰੀ ਪ੍ਰੀਸਟ ਚਰਚ ਦੇ ਵਿੱਚ ਜਿਹੜੇ ਪ੍ਰੀਸਟ ਹੁੰਦੇ ਆ ਹੁਣ ਪਾਦਰੀ ਤੇ ਜਿਹੜੀ ਉਹਦੀ ਵਾਈਫ ਸੀ ਇੱਕ ਸਵੇਰ ਕੀ ਹੋਇਆ ਉਹ ਉੱਠੇ ਆਵਾਜ਼ਾਂ ਦੇ ਨਾਲ ਉਹਨਾਂ ਨੇ ਆਵਾਜ਼ਾਂ ਸੁਣੀਆਂ ਕਲਰਜੀਮੈਨ ਦੀ ਸਟੱਡੀ 'ਚੋਂ ਆ ਰਹੀਆਂ ਸੀਗੀਆਂ ਸਟੱਡੀ ਰੂਮ ਨੂੰ ਕਹਿੰਦੇ ਆ ਠੀਕ ਹੈ
Creeping downstairs, they heard the chink of money being taken from the clergyman's desk. ਹੁਣ creeping मतलब ਚੁੱਪਚਾਪ ਦੱਬੇ ਪੈਰ ਨੀਚੇ ਉਤਰਨਾ। ਕਲਰਜੀਮੈਨ ਤੇ ਉਹਦੀ ਵਾਈਫ ਨੇ ਜਦੋਂ ਇਹ ਆਵਾਜ਼ਾਂ ਸੁਣੀਆਂ ਸਟੱਡੀ ਦੇ ਵਿੱਚੋਂ, ਉਹ ਦੱਬੇ ਪੈਰ ਡਾਊਨਸਟੇਅਰਸ ਗਏ ਤੇ ਉਹਨਾਂ ਨੇ ਪੈਸਿਆਂ ਦੇ ਖੜਕਣ ਦੀ ਆਵਾਜ਼ ਸੁਣੀ। ਚਿੰਕ ਆਫ ਮਨੀ, ਜਦੋਂ ਪੈਸਿਆਂ ਦੀ ਆਵਾਜ਼ ਹੁੰਦੀ ਹੈ ਉਸ ਆਵਾਜ਼ ਨੂੰ ਚਿੰਕ ਆਫ ਮਨੀ ਕਿਹਾ ਜਾਂਦਾ ਹੈ। ਬੀਇੰਗ ਟੇਕਨ ਫਰੋਮ ਦਾ ਕਲਰਜੀਮੈਨਸ ਡੈਸਕ, ਤੇ ਉਹ ਜਿਹੜੀ ਮਨੀ ਸੀ ਕਲਰਜੀਮੈਨ ਦੇ ਡੈਸਕ ਦੇ ਵਿੱਚੋਂ ਨਿਕਲਦੀ ਉਹਨਾਂ ਨੇ ਆਵਾਜ਼ ਸੁਣੀ। Without making any noise and with the poker grasped firmly in his hand, the clergyman flung open the door. Now, ਬਿਨਾਂ ਕੋਈ ਆਵਾਜ਼ ਕੀਤੇ ਕਲਰਜੀਮੈਨ ਨੇ ਕੀ ਕੀਤਾ, ਇੱਕ ਪੋਕਰ ਹੁੰਦਾ ਆ, ਇੱਕ ਸਟਿਕ ਹੁੰਦੀ ਹੈ ਜਿਹਨੂੰ ਕਿ ਫਾਇਰਪਲੇਸ ਦੇ ਵਿੱਚ ਅੱਗ ਫੋਲਣ ਵਾਸਤੇ ਯੂਜ਼ ਕੀਤਾ ਜਾਂਦਾ ਆ, ਜਿੱਦਾਂ ਕਿ ਤੁਸੀਂ ਇਸ ਇਮੇਜ ਦੇ ਵਿੱਚ ਦੇਖ ਸਕਦੇ ਹੋ। ਤੇ ਕਲਰਜੀਮੈਨ ਨੇ ਉਸ ਪੋਕਰ ਦੇ ਨਾਲ ਕੀ ਕੀਤਾ, ਸਡਨਲੀ ਜਿਹੜਾ ਦਰਵਾਜ਼ਾ ਉਹ ਖੋਲ ਦਿੱਤਾ। ਸਰੈਂਡਰ, ਕਲਰਜੀਮੈਨ ਨੇ ਕਿਹਾ ਕਿ ਸਰੈਂਡਰ ਕਰ ਦਿਓ, ਕਿਉਂਕਿ ਉਹਨੂੰ ਆਵਾਜ਼ ਆਈ ਸੀ ਤੇ ਉਹਨੂੰ ਲੱਗਿਆ ਕਿ ਚੋਰ ਹੈ ਅੰਦਰ ਸਟੱਡੀ ਦੇ ਵਿੱਚ। Then to his amazement he realized that the room appeared to be empty. ਹੁਣ ਜਦੋਂ ਦਰਵਾਜ਼ਾ ਖੁੱਲਿਆ ਸਟੱਡੀ ਦਾ ਤੇ ਬੜੀ ਉਹਨਾਂ ਨੂੰ ਹੈਰਾਨੀ ਹੋਈ, ਜਿਹੜਾ ਸਟੱਡੀ ਰੂਮ ਸੀ ਉਹ ਬਿਲਕੁਲ ਖਾਲੀ ਸੀ, ਉੱਥੇ ਕੋਈ ਵੀ ਨਹੀਂ ਸੀ, ਕਿਉਂਕਿ ਉਹ ਇੱਕ ਚੋਰ ਨੂੰ ਐਕਸਪੈਕਟ ਕਰ ਰਹੇ ਸੀਗੇ ਕਿ ਆਵਾਜ਼ ਆ ਰਹੀ ਹੈ, ਪੈਸੇ ਨਿਕਲਣ ਦੀ ਆਵਾਜ਼ ਆਈ ਹੈ, ਓਬਵੀਅਸਲੀ ਚੋਰ ਹੀ ਹੋਏਗਾ। He and his wife looked under the desk and behind the curtains and even up the chimney. ਹੁਣ ਕਲਰਜੀਮੈਨ ਤੇ ਉਹਦੀ ਵਾਈਫ ਨੇ ਡੈਸਕ ਦੇ ਨੀਚੇ ਵੀ ਦੇਖਿਆ, ਪਰਦਿਆਂ ਦੇ ਪਿੱਛੇ ਵੀ ਦੇਖਿਆ ਤੇ ਈਵਨ ਚਿਮਨੀ ਦੇ ਉੱਪਰ ਵੀ ਦੇਖਿਆ। There wasn't a sign of anybody, ਪਰ ਉੱਥੇ ਰੂਮ ਦੇ ਵਿੱਚ ਕੋਈ ਵੀ ਨਹੀਂ ਸੀ। Yet the desk had been open and the housekeeping money was missing. But ਕਹਿੰਦੇ ਡੈਸਕ ਜਿਹੜਾ ਸੀ ਉਹਦਾ ਡਰਾਅਰ ਓਪਨ ਹੀ ਸੀਗਾ ਤੇ ਉਹਦੇ ਵਿੱਚੋਂ ਜਿਹੜੇ ਘਰ ਖਰਚੇ ਵਾਸਤੇ, ਹਾਊਸਕੀਪਿੰਗ ਮਤਲਬ ਘਰ ਖਰਚੇ ਵਾਸਤੇ ਜਿਹੜੀ ਮਨੀ ਰੱਖੀ ਹੋਈ ਸੀ ਉਹਨਾਂ ਨੇ ਉਹ ਮਿਸਿੰਗ ਸੀ, ਮਤਲਬ ਕਿ ਪੈਸੇ ਚੋਰੀ ਹੋਏ ਸੀਗੇ। ਕਲਰਜੀਮੈਨ kept saying for the rest of the day extraordinary. ਹੁਣ ਪੂਰੇ ਦਿਨ ਕਲਰਜੀਮੈਨ ਜਿਹੜਾ ਸੀਗਾ ਉਹ ਇਹੀ ਸੋਚਦਾ ਰਿਹਾ ਕਿ ਕਿੰਨੀ ਅਜੀਬ ਗੱਲ ਸੀ ਕਿ ਅਸੀਂ ਆਵਾਜ਼ ਵੀ ਸੁਣੀ ਪੈਸੇ ਚੋਰੀ ਹੋਣ ਦੀ, ਬਟ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਸਟੱਡੀ ਦੇ ਵਿੱਚ ਕੋਈ ਵੀ ਨਹੀਂ ਸੀ ਤੇ ਪੈਸੇ ਵੀ ਮਿਸਿੰਗ ਸੀਗੇ। But it was not as extraordinary as the behavior of Mrs. Hall's furniture a little later that morning. ਕਹਿੰਦੇ ਕਿ ਹੁਣ ਜਿਹੜੀ ਕਲਰਜੀਮੈਨ ਦੇ ਘਰ ਦੇ ਵਿੱਚ ਘਟਨਾ ਹੋਈ ਸੀ ਚੋਰੀ ਵਾਲੀ, ਉਸ ਤੋਂ ਅਜੀਬ ਵੀ ਇੱਕ ਹੋਰ ਜਿਹੜੀ ਘਟਨਾ ਹੋਈ ਸੀਗੀ ਮਿਸਿਸ ਹਾਲ ਦੇ ਫਰਨੀਚਰ ਦੇ ਨਾਲ। ਉਸੇ ਦਿਨ ਹੀ ਜਿਸ ਦਿਨ ਕਲਰਜੀਮੈਨ ਦੇ ਘਰ ਦੇ ਵਿੱਚ ਚੋਰੀ ਹੋਈ, ਉਸੇ ਦਿਨ ਹੀ ਜਿਹੜੇ ਆ ਮਿਸਿਸ ਹਾਲ ਦੇ ਫਰਨੀਚਰ ਦੇ ਨਾਲ ਵੀ ਕੁਝ ਅਜੀਬ ਜੀ ਚੀਜ਼ ਹੋਈ। ਕੀ ਅਜੀਬ ਚੀਜ਼ ਹੋਈ? The landlord and his wife were up very early. ਲੈਂਡਲॉर्ड ਜਿਹੜਾ ਸੀ ਉਹ ਸਿੰਡਾ ਤੇ ਉਹਦੀ ਵਾਈਫ ਮਤਲਬ ਮਿਸਿਸ ਹਾਲ, ਉਹ ਦੋਨੋਂ ਉਸ ਸਵੇਰ ਜਲਦੀ ਉੱਠ ਗਏ ਸੀ and were surprised to see the scientist door wide open. ਤੇ ਉਹਨਾਂ ਨੇ ਕੀ ਦੇਖਿਆ, ਸਾਇੰਟਿਸਟ ਮਤਲਬ ਗ੍ਰਿਫਿਨ ਦਾ ਜਿਹੜਾ ਰੂਮ ਸੀ ਉਹ ਕੀ ਸੀ, ਉਹਦਾ ਦਰਵਾਜ਼ਾ ਖੁੱਲਿਆ ਹੋਇਆ ਸੀ। Usually it was shut and locked. ਵੈਸੇ ਕਹਿੰਦੇ ਕਿ ਜ਼ਿਆਦਾਤਰ ਉਹਦਾ ਰੂਮ ਲੌਕਡ ਹੀ ਰਹਿੰਦਾ ਸੀ and he was furious if anybody entered his room. ਤੇ ਉਹ ਕਿਆ ਨਾਰਾਜ਼ ਹੋ ਜਾਂਦਾ ਸੀ ਗ੍ਰਿਫਿਨ ਅਗਰ ਉਹਦੇ ਰੂਮ ਦੇ ਵਿੱਚ ਕੋਈ ਆਂਦਾ ਸੀ। ਫਿਊਰੀਅਸ ਮੀਨਸ ਐਂਗਰੀ, ਨਾਰਾਜ਼ ਹੋ ਜਾਣਾ, ਗੁੱਸੇ ਹੋ ਜਾਣਾ। The opportunity seemed too good to be missed. ਹੁਣ ਉਹਨਾਂ ਦੇ ਕੋਲ ਬੜੀ ਹੀ ਵਧੀਆ ਓਪਰਚੁਨਿਟੀ ਸੀਗੀ, ਕਿਸ ਚੀਜ਼ ਵਾਸਤੇ? They peeped around the door. ਉਹਨਾਂ ਨੇ ਹੁਣ peeped ਹੁੰਦਾ ਝਾਕਣਾ, ਉਹਨਾਂ ਨੇ ਗ੍ਰਿਫਿਨ ਦੇ ਰੂਮ ਦੇ ਅੰਦਰ ਝਾਕਿਆ। saw nobody. ਉਹਨਾਂ ਨੂੰ ਕੋਈ ਵੀ ਨਜ਼ਰ ਨਹੀਂ ਆਇਆ ਰੂਮ ਦੇ ਵਿੱਚ and decided to investigate. ਤੇ ਉਹਨਾਂ ਨੇ ਡਿਸਾਈਡ ਕੀਤਾ ਕਿ ਉਹ ਇਨਵੈਸਟੀਗੇਟ ਕਰਨਗੇ। ਉਹ ਇਨਵੈਸਟੀਗੇਟ ਕਿਉਂ ਕਰਨਾ ਚਾਹੁੰਦੇ ਆ? ਕਿਉਂਕਿ ਗ੍ਰਿਫਿਨ ਜਿਹੜਾ ਆ ਬਹੁਤ ਹੀ ਅਜੀਬ ਬਿਹੇਵੀਅਰ ਕਰਦਾ ਆ ਤੇ ਉਹਦੀ ਅਪੀਅਰੈਂਸ ਵੀ ਬਹੁਤ ਜ਼ਿਆਦਾ ਅਜੀਬ ਹੈ। ਉਹ ਕਿਸੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰਦਾ। ਇਸ ਕਰਕੇ ਮਿਸਟਰ ਹਾਲ ਤੇ ਮਿਸਿਸ ਹਾਲ ਨੇ ਡਿਸਾਈਡ ਕੀਤਾ ਕਿ ਇਹੀ ਚੰਗਾ ਮੌਕਾ ਆ, ਅਸੀਂ ਇਨਵੈਸਟੀਗੇਟ ਕਰਦੇ ਹਾਂ ਗ੍ਰਿਫਿਨ ਦੇ ਰੂਮ ਦੇ ਵਿੱਚ ਜਾ ਕੇ। The bedclothes were cold, showing that the scientist must have been up for some time. ਹੁਣ ਜਿਹੜੇ ਬੈੱਡ ਦੇ ਉੱਤੇ ਕੱਪੜੇ ਸੀਗੇ ਉਹ ਠੰਡੇ ਹੋ ਗਏ ਸੀਗੇ ਤੇ
ਇੱਦਾਂ ਲੱਗ ਰਿਹਾ ਸੀਗਾ ਕਿ ਜਿਹੜਾ ਸਾਇੰਟਿਸਟ ਸੀ ਗ੍ਰਿਫਿਨ ਸੀ ਉਹ ਬਹੁਤ ਦੇਰ ਦਾ ਉੱਠਿਆ ਹੋਇਆ ਸੀ। ਐਂਡ ਸਟ੍ਰੇਂਜਰ ਸਟਿਲ the clothes and bandages that he always wore were lying about the room। ਤੇ ਜਿਹੜੀਆਂ ਬੈਂਡੇਜਸ ਤੇ ਕੱਪੜੇ ਜਿਹੜੇ ਸੀ ਉਹ ਹਮੇਸ਼ਾ ਪਾ ਕੇ ਰੱਖਦਾ ਸੀ, ਜਿੱਦਾਂ ਦੇਖ ਸਕਦੇ ਹੋ ਓਵਰਕੋਟ, ਬੈਂਡੇਜਸ ਪਈਆਂ ਹੋਈਆਂ, ਸ਼ੂਜ਼ ਵਗੈਰਾ ਪਏ ਹੋਏ ਆ, ਇਹ ਸਾਰੇ ਰੂਮ ਦੇ ਵਿੱਚ ਹੀ ਪਏ ਸੀਗੇ। All of a sudden Mrs. Hall heard a sniff close to her ear। ਤੇ ਅਚਾਨਕ ਕੀ ਹੁੰਦਾ, ਜਦੋਂ ਇਹ ਸਾਰਾ ਕੁਝ ਦੇਖ ਰਹੇ ਹੁੰਦੇ ਮਿਸਟਰ ਹਾਲ ਤੇ ਮਿਸਿਸ ਹਾਲ ਨੂੰ ਆਪਣੇ ਕੰਨ ਦੇ ਕੋਲ ਇੱਕ ਸਨਿਫਿੰਗ ਦੀ, ਸਨਿਫ ਕੀ ਹੁੰਦਾ, ਸੁੰਘਣਾ, ਜਿੱਦਾਂ ਕੋਈ ਸੁੰਘਦਾ ਹੈ ਨਾ ਉਦੋਂ ਆਵਾਜ਼ ਆਉਂਦੀ ਆ, ਸੁੰਘਣ ਦੀ ਆਵਾਜ਼ ਆਉਂਦੀ ਆ, ਜਿੱਦਾਂ ਕੋਈ ਸੁੰਘਦਾ ਇੱਦਾਂ ਕਰਕੇ ਜਦੋਂ ਕੋਈ ਸੁੰਘਦਾ ਆ ਉਹਦੀ ਆਵਾਜ਼ ਆਉਂਦੀ ਹੈ। ਮਿਸਿਸ ਹਾਲ ਨੂੰ ਵੀ ਇੱਦਾਂ ਦੀ ਜਿਹੜੀ ਆਵਾਜ਼ ਆਪਣੇ ਕੰਨ ਦੇ ਕੋਲ ਸੁਣਾਈ ਦਿੱਤੀ। A moment later, the hat on the bedpost leaped up and dashed itself into her face। ਤੇ ਅਚਾਨਕ ਕੀ ਹੁੰਦਾ ਆ, ਜਿਹੜੀ ਹੈਟ ਇੱਕ ਹੁੰਦੀ ਆ ਪਈ ਬੈਡਪੋਸਟ ਦੇ ਉੱਤੇ। ਹੁਣ ਬੈਡਪੋਸਟ ਕੀ ਹੁੰਦਾ ਆ, ਜਿੱਦਾਂ ਤੁਸੀਂ ਇਸ ਇਮੇਜ ਦੇ ਵਿੱਚ ਦੇਖ ਸਕਦੇ ਹੋ, ਇੱਕ ਬੈੱਡ ਹੈ, ਉਹਦੇ ਚਾਰੋਂ ਕਾਰਨਰਸ ਦੇ ਉੱਤੇ ਉੱਪਰ ਨੂੰ ਜਿਹੜੇ ਬਣੇ ਹੁੰਦੇ ਨੇ ਪਿੱਲਰ ਟਾਈਪ, ਇਹਨਾਂ ਨੂੰ ਬੈੱਡ ਪੋਸਟ ਕਿਹਾ ਜਾਂਦਾ ਆ। ਇਹਦੇ ਉੱਤੇ ਜਿਹੜਾ ਸਾਇੰਟਿਸਟ ਹੁੰਦਾ ਆ ਉਹਦੀ ਹੈਟ ਪਈ ਹੁੰਦੀ ਆ, ਤੇ ਅਚਾਨਕ ਜਿਹੜੀ ਉਹ ਹੈਟ ਹੁੰਦੀ ਆ ਉਹ ਉੱਡ ਕੇ ਮਿਸਿਸ ਹਾਲ ਦੇ ਫੇਸ ਦੇ ਉੱਤੇ ਆ ਕੇ ਲੱਗਦੀ ਆ। ਦੈਨ ਦ ਬੈਡਰੂਮ ਚੇਅਰ ਬਿਕੇਮ ਅਲਾਈਵ। ਫਿਰ ਕਹਿੰਦੇ ਜਿਹੜੀ ਬੈਡਰੂਮ ਦੇ ਵਿੱਚ ਚੇਅਰ ਪਈ ਹੁੰਦੀ ਉਹ ਮੰਨ ਲਓ ਇੱਦਾਂ ਹੋ ਗਿਆ ਸੀ ਜਿੱਦਾਂ ਉਹਦੇ ਵਿੱਚ ਜਾਨ ਆ ਗਈ ਹੋਵੇ। Springing into the air, it charged straight at her, legs foremost। ਹੁਣ ਉਸ ਕੁਰਸੀ ਨੇ ਉੱਪਰ ਉੱਠ ਕੇ ਅਚਾਨਕ ਜਿਹੜਾ ਆ ਮਿਸਿਸ ਹਾਲ ਦੇ ਉੱਤੇ ਅਟੈਕ ਕੀਤਾ, ਤੇ ਜਿਹੜੀਆਂ ਕੁਰਸੀ ਦੀਆਂ ਅਗਲੀਆਂ ਜਿਹੜੀਆਂ ਲੈਗਸ ਸੀ ਉਹ ਕੀ ਸੀ, ਮਿਸਿਸ ਹਾਲ ਦੇ ਵੱਲ ਸੀ, ਮਤਲਬ ਕਿ ਉਹ ਮਿਸਿਸ ਹਾਲ ਨੂੰ ਅਟੈਕ ਕਰਨ ਵਾਲੀ ਸੀ ਚੇਅਰ। As she and her husband turned away in terror, the extraordinary chair pushed them both out of the room and then appeared to slam and lock the door after them। ਫਿਰ ਜਦੋਂ ਮਿਸਟਰ ਹਾਲ ਤੇ ਮਿਸਿਸ ਹਾਲ ਡਰ ਕੇ ਜਦੋਂ ਕਮਰੇ ਤੋਂ ਬਾਹਰ ਆਉਣ ਲੱਗੇ, ਫਿਰ ਕੀ ਹੋਇਆ, ਚੇਅਰ ਨੇ ਉਹਨਾਂ ਨੂੰ ਧੱਕਾ ਦਿੱਤਾ ਤੇ ਉਹ ਕੀ ਆ ਰੂਮ ਤੋਂ ਬਾਹਰ ਹੋ ਗਏ, ਤੇ ਉਹਨਾਂ ਦੇ ਰੂਮ ਤੋਂ ਬਾਹਰ ਜਾਣ ਤੋਂ ਬਾਅਦ ਚੇਅਰ ਨੇ ਜਿਹੜਾ ਰੂਮ ਦਾ ਡੋਰ ਸੀ ਜਿਹੜਾ ਉਹ ਬੰਦ ਕਰ ਦਿੱਤਾ। ਮਿਸਿਸ ਹਾਲ ਆਲਮੋਸਟ ਫੈਲ ਡਾਊਨ ਦ ਸਟੇਅਰਸ ਇਨ ਹਿਸਟੇਰਿਕਸ। ਹੁਣ ਜਿਹੜੀ ਮਿਸਿਸ ਹਾਲ ਸੀ ਕਹਿੰਦੇ ਕਿ ਉਹ ਕੀ ਸੀ, ਆਲਮੋਸਟ ਡਿੱਗਣ ਵਾਲੀ ਸੀਗੀ ਸਟੇਅਰਸ ਤੋਂ। ਹਿਸਟੇਰਿਕਸ ਹੁੰਦਾ ਹੈ ਘਬਰਾ ਕੇ, ਠੀਕ ਹੈ, ਘਬਰਾ ਗਈ ਸੀ ਬਿਲਕੁਲ ਮਿਸਿਸ ਹਾਲ ਉਹ ਦੇਖ ਕੇ ਕਿ ਚੇਅਰ ਜਿਹੜੀ ਆ ਉਹ ਕੀ ਹੈ ਅਲਾਈਵ ਹੋ ਗਈ, ਉਹਨੇ ਅਟੈਕ ਕੀਤਾ। ਇਸ ਕਰਕੇ ਉਹ ਜਦੋਂ ਸਟੇਅਰਸ ਤੋਂ ਨੀਚੇ ਆਉਣ ਲੱਗੀ ਸੀ ਉਹ ਘਬਰਾਈ ਹੋਈ ਸੀ ਤੇ ਡਿੱਗਣ ਵਾਲੀ ਸੀ ਆਲਮੋਸਟ। She was convinced that the room was haunted by spirits and that the stranger had somehow caused these to enter into her furniture। ਹੁਣ ਮਿਸਿਸ ਹਾਲ ਜਿਹੜੀ ਸੀ ਇਹ ਸਾਰਾ ਕੁਝ ਦੇਖ ਕੇ ਉਹਨੇ ਮੰਨ ਲਿਆ ਕਿ ਉਹਦੇ ਰੂਮ ਦੇ ਵਿੱਚ, ਗ੍ਰਿਫਿਨ ਦੇ ਰੂਮ ਦੇ ਵਿੱਚ ਕੁਝ ਆਤਮਾਵਾਂ ਨੇ। ਸਪਿਰਿਟਸ ਕੀ ਹੁੰਦੀਆਂ, ਆਤਮਾਵਾਂ ਆ, ਇਹ ਉਸ ਗ੍ਰਿਫਿਨ ਕਰਕੇ ਹੀ ਆਈਆਂ ਆ ਜਿਹੜੀਆਂ ਕਿ ਮੇਰੇ ਫਰਨੀਚਰ ਦੇ ਵਿੱਚ ਵੜ ਗਈਆਂ ਆ। ਮਾਈ ਪੂਅਰ ਮਦਰ ਯੂਜ਼ ਟੂ ਸਿਟ ਇਨ ਦੈਟ ਚੇਅਰ, ਸ਼ੀ ਮੋਨ। ਹੁਣ ਮਿਸਿਸ ਹਾਲ ਜਿਹੜੀ ਆ ਰੋਂਦੀ ਹੋਈ ਕਹਿੰਦੀ ਆ ਕਿ ਮੇਰੀ ਜਿਹੜੀ ਮਦਰ ਸੀ ਉਸ ਚੇਅਰ ਦੇ ਉੱਤੇ ਬੈਠਿਆ ਕਰਦੀ ਸੀ ਜਿਹੜੀ ਚੇਅਰ ਨੇ ਉਹਦੇ ਉੱਤੇ ਅਟੈਕ ਕੀਤਾ। ਟੂ ਥਿੰਕ ਇਟ ਸ਼ੁੱਡ ਰਾਈਜ਼ ਅਪ ਅਗੇਂਸਟ ਮੀ ਨਾਓ। ਫਿਰ ਉਹ ਸੋਚਦੀ ਆ ਕਿ ਉਹੀ ਚੇਅਰ ਦੇ ਉੱਤੇ ਮੇਰੀ ਮਾਂ ਬੈਠਦੀ ਸੀ, ਉਹੀ ਚੇਅਰ ਹੁਣ ਮੇਰੇ ਉੱਤੇ ਅਟੈਕ ਕਰ ਰਹੀ ਆ। ਉਹ ਬਹੁਤ ਜ਼ਿਆਦਾ ਦੁਖੀ ਹੁੰਦੀ ਹੈ ਇਹ ਸੋਚ ਕੇ। The feeling among the neighbors was that the trouble was caused by witchcraft। ਹੁਣ ਜਿੰਨੇ ਵੀ ਉੱਥੇ ਆਸ-ਪਾਸ ਦੇ ਲੋਕ ਸੀਗੇ ਪਿੰਡ ਦੇ, ਉਹਨਾਂ ਨੂੰ ਇਹ ਸਾਰੀਆਂ ਘਟਨਾਵਾਂ ਸੁਣ ਕੇ ਇਹੀ ਲੱਗਿਆ ਕਿ ਕੋਈ ਜਾਦੂਗਰਨੀ ਦਾ ਹੱਥ ਹੈ, ਜਾਦੂ ਟੂਣਾ ਹੋਇਆ ਆ ਕੋਈ ਫਰਨੀਚਰ ਦੇ ਉੱਤੇ। ਵਿਚਕ੍ਰਾਫਟ ਕੀ ਹੁੰਦਾ ਆ, ਜਾਦੂ ਟੂਣਾ। But witchcraft or not, when news of the burglary at the clergyman's home became known, the stranger scientist was strongly suspected of having had a hand in it। ਹੁਣ ਕਹਿੰਦੇ ਕਿ ਇਹ ਵਿਚਕ੍ਰਾਫਟ ਸੀ, ਕੋਈ ਜਾਦੂ ਟੋਣਾ ਸੀ ਜਾਂ ਨਹੀਂ ਸੀ, ਬਟ ਕਹਿੰਦੇ ਕਿ ਇਹ ਜਿਹੜੀ ਨਿਊਜ਼ ਸੀ, ਲੋਕ ਇਸ ਨਿਊਜ਼ ਨੂੰ ਭੁੱਲ ਗਏ ਜਦੋਂ ਉਹਨਾਂ ਨੇ ਕਲਰਜੀਮੈਨ ਦੇ ਘਰ ਦੇ ਵਿੱਚ ਹੋਈ ਚੋਰੀ ਦੇ ਬਾਰੇ ਉਹਨਾਂ ਨੂੰ ਪਤਾ ਲੱਗਿਆ।
ਤੇ इस चोरी के पिछे सारिਆਂ ਨੂੰ शक ਜਿਹੜਾ ਸਾਇੰਟਿਸਟ ਦੇ ਉੱਤੇ ਹੀ ਹੋਇਆ। ਗ੍ਰਿਫਿਨ ਦੇ ਉੱਤੇ ਹੀ ਸਾਰਿਆਂ ਨੂੰ ਡਾਊਟ ਸੀ ਕਿ ਉਹਦਾ ਹੀ ਕੋਈ ਹੱਥ ਹੈ ਇਸ ਸਭ ਦੇ ਵਿੱਚ। Suspicion grew even stronger when he suddenly produced some ready cash, though he had admitted not long before that he had no money। ਤੇ ਕਹਿੰਦੇ ਕਿ ਜਿਹੜਾ ਸ਼ੱਕ ਸੀਗਾ ਗ੍ਰਿਫਿਨ ਦੇ ਉੱਤੇ ਉਹ ਹੋਰ ਜ਼ਿਆਦਾ ਗਹਿਰਾ ਹੋ ਗਿਆ ਜਦੋਂ ਕਿ ਗ੍ਰਿਫਿਨ ਨੇ ਰੈਂਟ ਦੇ ਦਿੱਤਾ, ਕੈਸ਼ ਦੇ ਦਿੱਤਾ ਮਿਸਿਸ ਹੌਲ ਨੂੰ। ਤੇ ਜਦ ਕਿ ਉਹਨੇ ਥੋੜ੍ਹੀ ਟਾਈਮ ਪਹਿਲਾਂ ਹੀ ਕਿਹਾ ਸੀਗਾ ਕਿ ਮੇਰੇ ਕੋਲ ਕੈਸ਼ ਨਹੀਂ ਹੈਗਾ, ਹੁਣ ਮੈਨੂੰ ਚੈੱਕ ਆਏਗਾ ਫਿਰ ਮੈਂ ਪੇਮੈਂਟ ਕਰਾਂਗਾ। ਦ ਵਿਲੇਜ ਕਾਂਸਟੇਬਲ ਵਾਜ਼ ਸੀਕ੍ਰੇਟਲੀ ਸੈਂਟ ਫੋਰ। ਹੁਣ ਜਿਹੜਾ ਵਿਲੇਜ ਦੇ ਵਿੱਚ ਕਾਂਸਟੇਬਲ ਸੀ, ਪੁਲਿਸ ਵਾਲਾ ਸੀ, ਉਹਨੂੰ ਸੀਕ੍ਰੇਟਲੀ ਬੁਲਾਇਆ ਗਿਆ। ਮਤਲਬ ਕਿਸੇ ਨੂੰ ਦੱਸਿਆ ਨਹੀਂ ਗਿਆ ਕਿ ਅਸੀਂ ਪੁਲਿਸ ਵਾਲੇ ਨੂੰ ਬੁਲਾਇਆ ਆ, ਚੁੱਪਚਾਪ ਉਹਨੂੰ ਬੁਲਾਇਆ ਗਿਆ। Instead of waiting for the constable, Mrs. Hall went to the scientist, who had somehow mysteriously appeared from his empty bedroom। ਹੁਣ ਜਿਹੜੀ ਮਿਸਿਸ ਹੌਲ ਸੀ ਉਹ ਬੜੀ ਪਰੇਸ਼ਾਨ ਸੀ। ਉਹਨੇ ਕਾਂਸਟੇਬਲ ਦੇ ਆਉਣ ਦੀ ਵੀ ਵੇਟ ਨਹੀਂ ਕੀਤੀ ਤੇ ਉਹ ਕੀ ਆ ਗ੍ਰਿਫਿਨ ਦੇ ਰੂਮ ਦੇ ਵਿੱਚ ਚਲੇ ਗਈ, ਜਿਹੜਾ ਕਿ ਬੰਦ ਰੂਮ ਦੇ ਵਿੱਚੋਂ ਹੀ ਅਪੀਅਰ ਹੋ ਗਿਆ ਸੀ। ਹੁਣ ਰੂਮ ਜਿਹੜਾ ਉਹ ਤਾਂ ਬੰਦ ਸੀਗਾ ਤੇ ਮਿਸਿਸ ਹੌਲ, ਮਿਸਟਰ ਹੌਲ ਸਾਰੇ ਜਾਣੇ ਨੀਚੇ ਹੀ ਸੀਗੇ ਤੇ ਜਿਹੜਾ ਗ੍ਰਿਫਿਨ ਸੀ ਉਹ ਆਪਣੇ ਰੂਮ ਦੇ ਵਿੱਚੋਂ ਹੀ ਆਇਆ ਸੀ, ਜਦ ਕਿ ਰੂਮ ਜਿਹੜਾ ਉਹ ਕੀ ਸੀ, ਲੌਕਡ ਸੀ। I want to know what you have been doing to my chair upstairs। ਮਿਸਿਸ ਹੌਲ ਹੁਣ ਪੁੱਛ ਰਹੀ ਹੈ ਗ੍ਰਿਫਿਨ ਨੂੰ, ਮੈਂ ਜਾਣਨਾ ਚਾਹੁੰਦੀ ਹਾਂ ਕਿ ਤੂੰ ਮੇਰੀ ਚੇਅਰ ਦੇ ਨਾਲ ਕੀ ਕੀਤਾ ਸੀ ਰੂਮ ਦੇ ਵਿੱਚ। She demanded, and I want to know how it is you came out of an empty room and how you entered a locked room। ਤੇ ਕਹਿੰਦੀ ਮੈਂ ਇਹ ਵੀ ਜਾਣਨਾ ਚਾਹੁੰਦੀ ਹਾਂ ਕਿ ਤੂੰ ਇੱਕ ਖਾਲੀ ਕਮਰੇ ਦੇ ਵਿੱਚੋਂ ਕਿੱਦਾਂ ਪ੍ਰਗਟ ਹੋ ਗਿਆ ਤੇ ਤੂੰ ਇੱਕ ਲੌਕਡ ਰੂਮ ਦੇ ਵਿੱਚ ਗਿਆ ਕਿੱਦਾਂ, ਅੰਦਰ ਕਿੱਦਾਂ ਗਿਆ ਤੇ ਖਾਲੀ ਰੂਮ ਦੇ ਵਿੱਚੋਂ ਅਪੀਅਰ ਕਿੱਦਾਂ ਹੋ ਗਿਆ। The scientist was always quick-tempered। Quick-tempered means ਗੁੱਸੈਲ, ਬਹੁਤ ਜਲਦੀ ਜਿਹਨੂੰ ਗੁੱਸਾ ਆ ਜਾਂਦਾ ਆ। Now he became furious। ਤੇ ਹੁਣ ਉਹ ਕੀ ਆ ਇੱਕਦਮ ਅੱਗ ਬਬੂਲਾ ਹੋ ਗਿਆ ਮਿਸਿਸ ਹੌਲ ਦੇ ਸਵਾਲ ਸੁਣ ਕੇ। You don't understand who or what I am, he shouted। ਹੁਣ ਉਹ ਚੀਖ ਕੇ ਕਹਿੰਦਾ ਆ ਮਿਸਿਸ ਹੌਲ ਨੂੰ ਕਿ ਤੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੌਣ ਆ। Very well, I will show you। ਕਹਿੰਦਾ ਠੀਕ ਆ, ਮੈਂ ਹੁਣ ਤੈਨੂੰ ਦਿਖਾਉਂਦਾ ਆ ਕਿ ਮੈਂ ਕੌਣ ਆ। Suddenly he threw off bandages, whiskers, spectacles and even nose। ਤੇ ਹੁਣ ਕੀ ਕੀਤਾ ਗੁੱਸੇ ਦੇ ਵਿੱਚ ਆ ਕੇ ਗ੍ਰਿਫਿਨ ਨੇ ਆਪਣੀਆਂ ਬੈਂਡੇਜਸ ਜਿਹੜੀਆਂ ਉਤਾਰ ਦਿੱਤੀਆਂ, ਵਿਸਕਰਸ ਵੀ ਉਤਾਰ ਦਿੱਤੇ, ਸਪੈਕਟੇਕਲਸ ਵੀ, ਈਵਨ ਆਪਣੀ ਨੋਜ਼ ਵੀ ਉਹਨੇ ਉਤਾਰ ਦਿੱਤੀ। ਇਟ ਟੁੱਕ ਹਿਮ ਓਨਲੀ ਅ ਮਿਨਟ ਟੂ ਡੂ ਦਿਸ। ਉਹਨੂੰ 1 ਮਿੰਟ ਹੀ ਲੱਗਿਆ ਇਹ ਸਾਰਾ ਕੁਝ ਉਤਾਰਨ ਦੇ ਵਿੱਚ। ਦ ਹੌਰੀਫਾਈਡ ਪੀਪਲ ਇਨ ਦ ਬਾਰ ਫਾਊਂਡ ਦੈਮਸੈਲਵਸ ਸਟੇਅਰਿੰਗ ਐਟ ਅ ਹੈਡਲੈਸ ਮੈਨ। ਹੁਣ ਉਹਨੇ ਜਦੋਂ ਬੈਂਡੇਜਸ ਵਗੈਰਾ ਸਾਰਾ ਕੁਝ ਫੇਸ ਤੋਂ ਉਤਾਰ ਦਿੱਤਾ ਆ, ਫਿਰ ਉਹ ਕੀ ਆ ਉਹਦਾ ਜਿਹੜਾ ਸਿਰ ਸੀ ਉਹ ਗਾਇਬ ਹੋ ਗਿਆ, ਮਤਲਬ ਇਨਵਿਜ਼ੀਬਲ ਹੋ ਗਿਆ। ਉਹਨੇ ਸਾਰਾ ਕੁਝ ਜੋ ਉੱਪਰ ਲਪੇਟਿਆ ਸੀ ਉਹ ਉਤਾਰ ਦਿੱਤਾ, ਉਹਨਾਂ ਕਰਕੇ ਹੀ ਉਹਦਾ ਹੈਡ ਵਗੈਰਾ ਜਿਹੜਾ ਆ ਵਿਜ਼ੀਬਲ ਸੀ, ਬਟ ਉਹਨੇ ਸਾਰਾ ਕੁਝ ਉਤਾਰ ਦਿੱਤਾ। ਹੁਣ ਜਿੰਨੇ ਵੀ ਬਾਰ ਦੇ ਵਿੱਚ ਲੋਕ ਬੈਠੇ ਸੀ ਉਹ ਬਿਨਾਂ ਸਿਰ ਵਾਲਾ ਆਦਮੀ ਦੇਖ ਕੇ ਕੀ ਆ ਬਿਲਕੁਲ ਚੌਂਕ ਗਏ ਤੇ ਘਬਰਾ ਗਏ। ਮਿਸਟਰ ਜੈਫਰਸ, ਦ ਕਾਂਸਟੇਬਲ, ਨਾਓ ਅਰਾਈਵਡ and was quite surprised to find that he had to arrest a man without a head। ਹੁਣ ਮਿਸਟਰ ਜੈਫਰਸ ਕਾਂਸਟੇਬਲ ਨੂੰ ਬੁਲਾਇਆ ਗਿਆ ਸੀ ਨਾ ਸੀਕ੍ਰੇਟਲੀ, ਮਿਸਟਰ ਜੈਫਰਸ ਕਾਂਸਟੇਬਲ ਦਾ ਨਾਮ ਆ, ਉਹ ਹੁਣ ਆ ਗਿਆ ਆ ਤੇ ਉਹ ਬੜਾ ਹੀ ਹੈਰਾਨ ਹੋਇਆ ਦੇਖ ਕੇ ਕਿ ਉਹਨੂੰ ਇੱਕ ਬਿਨਾਂ ਸਿਰ ਵਾਲੇ ਆਦਮੀ ਨੂੰ ਅਰੈਸਟ ਕਰਨਾ ਪਏਗਾ। But Jeffers was not easily prevented from doing his duty। ਬਟ ਕਹਿੰਦੇ ਕਿ ਜੈਫਰਸ ਸੀਗਾ ਜਿਹੜਾ ਕਾਂਸਟੇਬਲ, ਉਹਨੂੰ ਆਪਣੀ ਡਿਊਟੀ ਕਰਨ ਤੋਂ ਪਿੱਛੇ ਨਹੀਂ ਹਟ ਸਕਦਾ ਸੀ। If a magistrate's warrant ordered a person's arrest, then that person had to be arrested with or without his head। ਕਹਿੰਦੇ ਕਿ ਅਗਰ ਮਿਸਟਰ ਜੈਫਰਸ ਕੋਲ ਮੈਜਿਸਟ੍ਰੇਟ ਦਾ ਆਰਡਰ, ਕੋਈ ਵਾਰੰਟ ਹੈਗਾ ਕਿਸੇ ਬੰਦੇ ਨੂੰ ਅਰੈਸਟ ਕਰਨ ਦਾ, ਫਿਰ ਉਹਨੂੰ ਉਸ ਬੰਦੇ ਨੂੰ ਅਰੈਸਟ ਕਰਨਾ ਹੀ ਪਏਗਾ, ਫਿਰ ਚਾਹੇ ਉਸ ਬੰਦੇ ਦਾ ਹੈਡ ਹੋਵੇ ਜਾਂ ਫਿਰ ਨਾ ਹੋਵੇ। There followed a remarkable scene as the policeman tried to get hold of a man who was becoming more and more invisible as he threw off one garment after another। ਹੁਣ ਜਿਹੜਾ ਸੀਗਾ ਕਾਂਸਟੇਬਲ, ਪੁਲਿਸਮੈਨ ਜਿਹੜਾ ਸੀ ਕਾਂਸਟੇਬਲ ਸੀ, ਜਦੋਂ ਉਹਨੇ ਗ੍ਰਿਫਿਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਫਿਰ ਕੀ ਹੋਇਆ, ਗ੍ਰਿਫਿਨ ਨੇ
एक एक करके अपने कपड़े ਜਿਹੜੇ ਉਤਾਰਨੇ ਸ਼ੁਰੂ ਕਰ ਦਿੱਤੇ। ਫਿਰ ਕੀ ਆ, ਕਾਂਸਟੇਬਲ ਵਾਸਤੇ ਗ੍ਰਿਫਿਨ ਨੂੰ ਫੜਨਾ ਕੀ ਹੋ ਗਿਆ, ਮੁਸ਼ਕਿਲ ਹੋ ਗਿਆ। ਫਾਈਨਲੀ ਅ ਸ਼ਰਟ ਫਲਿਊ ਇਨਟੂ ਦ ਏਅਰ। ਫਾਈਨਲੀ ਇੱਕ ਸ਼ਰਟ ਰਹਿ ਗਈ ਸੀਗੀ ਗ੍ਰਿਫਿਨ ਦੀ ਬੋਡੀ ਦੇ ਉੱਤੇ, ਉਹਨੇ ਉਹ ਵੀ ਉਹਨੂੰ ਉਤਾਰ ਕੇ ਹਵਾ ਦੇ ਵਿੱਚ ਉਛਾਲ ਦਿੱਤਾ। ਐਂਡ ਦ ਕਾਂਸਟੇਬਲ ਫਾਊਂਡ ਹਿਮਸੈਲਫ ਸਟਰਗਲਿੰਗ ਵਿਦ ਸਮਵਨ ਹੀ ਕੁਡ ਨਾਟ ਸੀ ਐਟ ਆਲ। ਤੇ ਹੁਣ ਕਾਂਸਟੇਬਲ ਜਿਹੜਾ ਆ ਉਹ ਇੱਕ ਐਸੇ ਪਰਸਨ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਆ, ਸਟਰਗਲ ਕਰ ਰਿਹਾ ਆ ਫੜਨ ਦਾ, ਜਿਹਨੂੰ ਕਿ ਉਹ ਦੇਖ ਵੀ ਨਹੀਂ ਸਕਦਾ। ਸਮ ਪੀਪਲ ਟਰਾਈ ਟੂ ਹੈਲਪ ਹਿਮ। ਕੁਝ ਲੋਕਾਂ ਨੇ ਜਿਹੜੇ ਉੱਥੇ ਬਾਰ ਦੇ ਵਿੱਚ ਸੀਗੇ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹ ਮਿਸਟਰ ਜੈਫਰਸ ਦੀ ਮਦਦ ਕਰ ਦੇਣ ਗ੍ਰਿਫਿਨ ਨੂੰ ਫੜਨ ਦੇ ਵਿੱਚ, ਬਟ ਫਾਊਂਡ ਦੈਮਸੈਲਵਸ ਹਿਟ ਬਾਈ ਬਲੋਜ਼ ਦੈਟ ਸੀਮ ਟੂ ਕਮ ਫਰੋਮ ਨੋਵੇਅਰ। ਹੁਣ ਉਹਨਾਂ ਨੂੰ ਕੀ, ਹਿਟ ਦਾ ਬਲੋਜ਼ ਮਤਲਬ ਮੁੱਕੇ ਪੈਣਾ, ਉਹਨਾਂ ਦੇ ਫੇਸ ਦੇ ਉੱਤੇ ਵੀ ਮੁੱਕੇ ਪਏ ਤੇ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਮੁੱਕੇ ਉਹਨਾਂ ਨੂੰ ਮਾਰ ਕੌਣ ਰਿਹਾ ਆ, ਕਿਉਂਕਿ ਗ੍ਰਿਫਿਨ ਇਨਵਿਜ਼ੀਬਲ ਹੋ ਚੁੱਕਾ ਆ। ਅਗੇਨ ਉਹਨੇ ਸਾਰੇ ਕੱਪੜੇ ਆਪਣੇ ਉਤਾਰ ਦਿੱਤੇ ਆ। In the end, Jeffers was knocked unconscious as he made a last attempt to hold on to the unseen scientist. ਹੁਣ ਲਾਸਟ ਦੇ ਵਿੱਚ ਜਿਹੜਾ ਮਿਸਟਰ ਜੈਫਰਸ ਸੀ, ਕਹਿੰਦੇ ਕਿ ਉਹਨੂੰ ਵੀ ਗ੍ਰਿਫਿਨ ਨੇ ਮੁੱਕੇ ਮਾਰ ਕੇ ਬੇਹੋਸ਼ ਕਰਨ ਵਾਲੀ ਹਾਲਤ ਦਾ ਕਰ ਦਿੱਤਾ ਸੀਗਾ, ਤੇ ਉਹਨੇ ਇੱਕ ਲਾਸਟ ਅਟੈਂਪਟ ਕੀਤਾ ਗ੍ਰਿਫਿਨ ਨੂੰ ਫੜਨ ਦਾ ਕਾਂਸਟੇਬਲ ਨੇ। There were nervous, excited cries of hold him. ਹੁਣ ਸਾਰੇ ਜਿੰਨੇ ਵੀ ਉੱਥੇ ਮੌਜੂਦ ਸੀ ਕਹੀ ਜਾਂਦੇ ਸੀ ਉਹਨੂੰ ਫੜੋ, ਉਹਨੂੰ ਫੜੋ, ਉਹਨੂੰ ਫੜੋ, ਗ੍ਰਿਫਿਨ ਨੂੰ ਫੜਨ ਦੀ ਗੱਲ ਕਰ ਰਹੇ ਆ। ਬਟ ਦਿਸ ਵਾਜ਼ ਈਜ਼ੀਅਰ ਸੈਡ ਦੈਨ ਡਨ। ਬਟ ਕਹਿੰਦੇ ਕਿ ਇਹ ਕਹਿਣਾ ਸੌਖਾ ਸੀ, ਕਰਨਾ ਬਹੁਤ ਮੁਸ਼ਕਿਲ ਸੀ, ਕਿਉਂਕਿ ਗ੍ਰਿਫਿਨ ਜਿਹੜਾ ਹੈ ਇਨਵਿਜ਼ੀਬਲ ਹੋ ਚੁੱਕਿਆ ਹੈ। ਹੁਣ ਕਿਸੇ ਨੂੰ ਨਹੀਂ ਪਤਾ ਕਿ ਉਹ ਕਿਹੜੀ ਸਾਈਡ 'ਤੇ ਆ, ਕਿੱਥੇ ਖੜਾ ਹੈ, ਕਿੱਥੇ ਨਹੀਂ। ਗ੍ਰਿਫਿਨ had shaken himself free and no one knew where to lay hands on him. ਗ੍ਰਿਫਿਨ ਨੇ ਇੱਕ ਵਾਰ ਫਿਰ ਆਪਣੇ ਆਪ ਨੂੰ ਆਜ਼ਾਦ ਕਰਵਾ ਲਿਆ ਸੀਗਾ, ਫਿਰ ਉਹ ਬਚ ਗਿਆ ਸੀਗਾ ਤੇ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਉਹਨੂੰ ਕਿੱਦਾਂ ਫੜਿਆ ਜਾਵੇ। So with this, we come to an end of our chapter. Next week, we will read some another chapter. Till then, keep learning, students. Thank you.